ਤੁਸੀਂ ਵੇਖ ਰਹੇ ਹੋ ABP ਸਾਂਝਾ ਜੋਸ਼ ਜਜ਼ਬਾ ਜਨੂਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ABP ਸਾਂਝਾ ਦੀ ਖਾਸ ਧਾਰਮਿਕ ਪੇਸ਼ਕਸ਼ ਪ੍ਰੋਗਰਾਮ ਸਾਂਝਾ ਨੂਰ ਦੇ ਵਿੱਚ। ਧਰਮ ਇਨਸਾਨ ਦੀਆਂ ਮੂਲ ਲੋੜਾਂ ਦੇ ਵਿੱਚੋਂ ਇੱਕ ਪ੍ਰਮੁੱਖ ਲੋੜ ਹੈ। ਜਿੱਥੇ ਧਰਮ ਹੈ ਉੱਥੇ ਹੀ ਇਤਿਹਾਸ ਹੈ ਤੇ ਇਤਿਹਾਸ ਤੇ ਦਰਸ਼ਨ ਦਿਦਾਰੇ ਕਰਵਾਉਣ ਦੇ ਮੰਤਵ ਨਾਲ ਚੱਲਦਾ ਏ ਸਾਡਾ ਇਹ ਖਾਸ ਧਾਰਮਿਕ ਪ੍ਰੋਗਰਾਮ ਸਾਂਝਾ ਨੂਰ। ਅੱਜ ਦੇ ਇਸ ਸਫ਼ਰ ਦੇ ਵਿੱਚ ਅਸੀਂ ਪਹੁੰਚੇ ਹਾਂ ਸੁਲਤਾਨਪੁਰ ਲੋਧੀ ਦੀ ਧਰਤੀ ਤੇ। ਸੁਲਤਾਨਪੁਰ ਲੋਧੀ ਦਾ ਇਤਿਹਾਸ ਜਾਣਨ ਤੋਂ ਪਹਿਲਾਂ ਆਓ ਤੁਹਾਨੂੰ ਵਾਕਫੀਅਤ ਕਰਵਾ ਦਈਏ ਸੁਲਤਾਨਪੁਰ ਲੋਧੀ ਦੇ ਨਾਲ। सतगुरु नानक प्रगटिया मिट्टी धुंध जग चानन हुआ, ज्यों कर सूरज निकलिया तारे छप अंधेर पलुआ। ਸੁਲਤਾਨਪੁਰ ਲੋਧੀ ਨਗਰ ਭਾਰਤ ਦੇ ਪੁਰਾਤਨ ਸ਼ਹਿਰਾਂ ਵਿੱਚੋਂ ਇੱਕ ਹੈ, ਜਿਸ ਦੀ ਪਹਿਲੀ ਸਦੀ ਦੌਰਾਨ ਸਥਾਪਨਾ ਹੋਈ ਮੰਨੀ ਜਾਂਦੀ ਹੈ। ਇਹ ਨਗਰ ਸਦੀਆਂ ਲੰਮੇ ਵੱਖ-ਵੱਖ ਖੇਤਰਾਂ ਵਿੱਚ ਆਏ ਉਤਰਾਅ ਚੜ੍ਹਾਅ ਦੀ ਗਵਾਹੀ ਭਰਦਾ ਏ। ਸਿੱਖ ਧਰਮ ਦੇ ਨਾਲ ਸੁਲਤਾਨਪੁਰ ਲੋਧੀ ਦਾ ਸੰਬੰਧ 15ਵੀਂ ਸਦੀ ਦੇ ਅੰਤ ਵਿੱਚ ਸ਼ੁਰੂ ਹੁੰਦਾ ਏ। ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਪਾਕਿਸਤਾਨ ਤੋਂ ਬਾਅਦ ਇਹੀ ਇੱਕ ਨਗਰ ਹੈ ਜਿਸ ਦਾ ਸੰਬੰਧ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਕਾਫੀ ਲੰਬਾ ਤੇ ਡੂੰਘਾ ਰਿਹਾ ਹੈ। ਗੁਰੂ ਜੀ ਨੇ ਇੱਥੇ ਆਪਣੀ ਜ਼ਿੰਦਗੀ ਦੇ 14 ਸਾਲ ਬਤੀਤ ਕੀਤੇ। ਇਹ ਨਗਰ ਜਲੰਧਰ ਤੋਂ 42 ਕਿਲੋਮੀਟਰ ਤੇ ਕਪੂਰਥਲਾ ਤੋਂ 27 ਕਿਲੋਮੀਟਰ ਦੀ ਦੂਰੀ ਤੇ ਹੈ। ਸਰਕਾਰਾਂ ਤੇ SGPC ਦੇ ਸਾਂਝੇ ਸਹਿਯੋਗ ਨਾਲ ਸੁਲਤਾਨਪੁਰ ਲੋਧੀ ਨੂੰ ਇਲਾਕੇ ਦੀਆਂ ਹੋਰ ਸੜਕਾਂ ਨਾਲ ਪੂਰੀ ਤਰ੍ਹਾਂ ਜੋੜ ਦਿੱਤਾ ਹੈ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਸੁਲਤਾਨਪੁਰ ਲੋਧੀ ਦੀ ਧਰਤੀ ਉਹ ਇਤਿਹਾਸਕ ਤੇ ਪਵਿੱਤਰ ਧਰਤੀ ਹੈ ਜਿੱਥੇ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਅਕਾਲ ਪੁਰਖ ਦੇ ਹੁਕਮ ਨੂੰ ਪ੍ਰਵਾਨ ਕੀਤਾ ਤੇ ਇੱਕ ਥਾਂ ਤੋਂ ਚੱਲ ਕੇ ਵੱਖ-ਵੱਖ ਥਾਂ ਤੇ ਜਾ ਕੇ ਸੱਚ ਧਰਮ ਨੂੰ ਪ੍ਰਚਾਰਿਆ। ਆਪ ਨੇ ਲੰਮਾ ਸਮਾਂ ਇਸ ਨਗਰੀ ਦੇ ਵਿੱਚ ਬਤੀਤ ਕੀਤਾ। ਆਪ ਨਾਲ ਸੰਬੰਧਿਤ ਬਹੁਤ ਹੀ ਇਤਿਹਾਸਕ ਤੇ ਧਾਰਮਿਕ ਅਸਥਾਨ ਇਸ ਧਰਤੀ ਤੇ ਸੁਸ਼ੋਭਿਤ ਨੇ, ਜਿਨ੍ਹਾਂ ਵਿੱਚੋਂ ਪ੍ਰਮੁੱਖ ਹੈ ਗੁਰਦੁਆਰਾ ਬੀਰ ਸਾਹਿਬ, ਜਿਸ ਦੇ ਅਸੀਂ ਦਰਸ਼ਨ ਦਿਦਾਰੇ ਕਰ ਰਹੇ ਹਾਂ। ਗੁਰਦੁਆਰਾ ਬੀਰ ਸਾਹਿਬ ਪਹਿਲੇ ਪਾਤਸ਼ਾਹ ਦਾ ਵਰਸਾਇਆ ਅਸਥਾਨ ਹੈ। ਸੁਲਤਾਨਪੁਰ ਲੋਧੀ ਰਹਿੰਦਿਆਂ ਗੁਰੂ ਸਾਹਿਬ ਰੋਜ਼ਾਨਾ ਇਸ ਅਸਥਾਨ ਤੇ ਆਇਆ ਕਰਦੇ ਸਨ। ਇਸ ਪਵਿੱਤਰ ਅਸਥਾਨ ਨਾਲ ਗੁਰੂ ਨਾਨਕ ਸਾਹਿਬ ਦਾ ਵੇਈ ਨਦੀ ਵਿੱਚ ਅਲੋਪ ਹੋਣ ਦਾ ਇਤਿਹਾਸ ਜੁੜਿਆ ਹੋਇਆ ਹੈ। ਇੱਥੇ ਵੇਈ ਨਦੀ ਤੇ ਗੁਰੂ ਸਾਹਿਬ ਇਸ਼ਨਾਨ ਕਰਨ ਲਈ ਵੇਈ ਨਦੀ ਵਿੱਚ ਚਲੇ ਗਏ ਸਨ ਤੇ 72 ਘੰਟਿਆਂ ਤੱਕ ਨਦੀ ਦੇ ਅੰਦਰ ਹੀ ਅਲੋਪ ਰਹੇ। ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਦੇ ਦਰਬਾਰ ਦੀ ਯਾਤਰਾ ਨੂੰ ਜਨਮ ਸਾਖੀਆਂ ਵਿੱਚ ਬਿਆਨ ਕੀਤਾ ਹੋਇਆ ਹੈ। ਇਸ ਥਾਂ ਤੇ ਅੱਜ ਗੁਰਦੁਆਰਾ ਬੀਰ ਸਾਹਿਬ ਮੌਜੂਦ ਹੈ। ਇਹ ਪਾਵਨ ਪਵਿੱਤਰ ਸਥਾਨ ਜਗਤ ਜਲੰਧਰ ਦੇ ਤਾਰਨਹਾਰ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਖਸ਼ਿਸ਼ਾਂ ਨਾਲ ਸ਼ਰਸ਼ਾਰ ਕੀਤਾ ਹੋਇਆ ਹੈ। ਇਸ ਪਾਵਨ ਪਵਿੱਤਰ ਸਥਾਨ ਤੇ
ਭਾਈ ਭਗੀਰਥ ਵੱਲੋਂ ਸਾਹਿਬ ਪਿਤਾ ਜੀ ਨੂੰ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਜੋ ਦਾਤਣ ਦਿੱਤੀ ਗਈ, ਸਤਿਗੁਰੂ ਜੀ ਨੇ ਬੇਰੀ ਦੀ ਦਾਤਣ ਕਰ ਰਹੇ ਸਨ ਤੇ ਭਾਈ ਭਗੀਰਥ ਜੀ ਨੇ ਬਚਨ ਕੀਤਾ, ਸਤਿਗੁਰੂ ਪਿਤਾ ਜੀ ਇਹ ਬੇਰੀ ਦੀ ਦਾਤਣ ਹੈ, ਤੇ ਸਤਿਗੁਰੂ ਪਿਤਾ ਜੀ ਨੇ ਉਹ ਦਾਤਣ ਲਗਾ ਦਿੱਤੀ। ਜੋ ਇਹ ਪਾਵਨ ਬੇਰੀ ਆਪ ਦਰਸ਼ਨ ਕਰ ਰਹੇ ਹੋ ਬੇਰ ਸਾਹਿਬ ਦੇ, ਇਹ ਗੁਰਦੁਆਰਾ ਸਾਹਿਬ ਦਾ ਨਾਮ ਵੀ ਬੇਰ ਸਾਹਿਬ ਪ੍ਰਸਿੱਧ ਹੋ ਗਿਆ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਰ ਸਾਲ ਇੱਥੇ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਸੰਗਤਾਂ ਨਤਮਸਤਕ ਹੋਣ ਲਈ ਆਉਂਦੀਆਂ ਹਨ। ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦਾ ਪ੍ਰਵਾਹ ਪੂਰਾ ਦਿਨ ਚੱਲਦਾ ਰਹਿੰਦਾ ਏ ਤੇ ਸਮੇਂ ਮੁਤਾਬਕ ਰੋਜ਼ਾਨਾ ਕਥਾ ਤੇ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਹੁੰਦਾ ਏ। ਗੁਰਦੁਆਰਾ ਸਾਹਿਬ ਵਿਖੇ ਹਰ ਮਹੀਨੇ ਅਮਾਵਸ ਦੇ ਮੌਕੇ ਸੰਗਤਾਂ ਦਾ ਵੱਡੀ ਗਿਣਤੀ ਵਿੱਚ ਇਕੱਠ ਹੁੰਦਾ ਏ। ਸੁਲਤਾਨਪੁਰ ਲੋਧੀ ਦੀ ਧਰਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਕਰੀਬਨ 15-16 ਸਾਲ ਲਗਾਤਾਰ ਰਹੇ। ਇੰਨਾ ਕੁ ਵਕਤ ਹੀ ਸਾਹਿਬ ਪਿਤਾ ਜੀ ਨਨਕਾਣਾ ਸਾਹਿਬ ਰਹੇ ਨੇ ਔਰ ਇਸ ਪਾਵਨ ਪਵਿੱਤਰ ਧਰਤੀ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ੁਰੂਆਤ ਵੀ ਕੀਤੀ ਹੈ, ਜਿਸ ਦੇ ਵਿੱਚ ਜੋ ਮੂਲ ਮੰਤਰ ਦਾ ਉਚਾਰਨ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ, ਜਿੱਥੇ ਗੁਰਦੁਆਰਾ ਸੰਤ ਘਾਟ ਹੈ। ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦੀਵਾਨ ਸਜਾਏ ਜਾਂਦੇ ਨੇ, ਜਿੱਥੇ ਸੰਗਤਾਂ ਕੀਰਤਨ, ਕਥਾ ਤੇ ਢਾਡੀ ਵਾਰਾਂ ਦਾ ਆਨੰਦ ਮਾਣਦੀਆਂ ਨੇ। ਗੁਰਦੁਆਰਾ ਸਾਹਿਬ ਵਿਖੇ ਬਣੇ ਸਰੋਵਰ ਦੇ ਨਾਲ ਹੀ ਵਗਦੀ ਵੇਈ ਨਦੀ ਵਿੱਚ ਸੰਗਤਾਂ ਪੂਰਾ ਦਿਨ ਇਸ਼ਨਾਨ ਕਰਦੀਆਂ ਨੇ। ਇਸ ਅਸਥਾਨ ਨਾਲ ਹਰ ਗੁਰੂ ਪ੍ਰੇਮੀ ਦੀ ਆਸਥਾ ਜੁੜੀ ਹੋਈ ਹੈ। ਬੱਚੇ, ਬਜ਼ੁਰਗ, ਜਵਾਨ ਤੇ ਬੀਬੀਆਂ ਗੁਰੂ ਨਾਨਕ ਸਾਹਿਬ ਦੀ ਵਡਿਆਈ ਤੇ ਮਹਿਮਾ ਕਰਦੀਆਂ ਨੇ। ਖਾਸ ਗੁਰਪੁਰਬਾਂ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯੋਗ ਪ੍ਰਬੰਧ ਕੀਤੇ ਜਾਂਦੇ ਨੇ। ਆਓ ਹੁਣ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਉਸ ਅਸਥਾਨ ਦੇ ਜਿੱਥੇ ਜਗਤ ਜਲੰਦੇ ਨੂੰ ਤਾਰਨ ਵਾਲੇ ਗੁਰੂ ਨਾਨਕ ਪਾਤਸ਼ਾਹ ਭਗਤੀ ਕਰਿਆ ਕਰਦੇ ਸਨ। ਭੋਰਾ ਸਾਹਿਬ ਗੁਰਦੁਆਰਾ ਬੇਰ ਸਾਹਿਬ ਦੇ ਅੰਦਰ ਪ੍ਰਕਾਸ਼ ਅਸਥਾਨ ਵਾਲੀ ਥਾਂ ਤੇ ਬਿਲਕੁਲ ਹੇਠਾਂ ਮੌਜੂਦ ਹੈ। ਇਸ ਤਪ ਅਸਥਾਨ ਦੀ ਨਿਸ਼ਾਨੀ ਵਜੋਂ ਇੱਥੇ ਇੱਕ ਥੜਾ ਵੀ ਸੁਭਾਇਮਾਨ ਹੈ, ਜਿੱਥੇ ਗੁਰੂ ਸਾਹਿਬ ਬਿਰਾਜ ਕੇ ਅਕਾਲ ਪੁਰਖ ਨਾਲ ਵਾਰਤਾ ਕਰਦੇ ਸਨ। ਰੋਜ਼ਾਨਾ ਇੱਥੇ ਹਜ਼ਾਰਾਂ ਸੰਗਤਾਂ ਦਰਸ਼ਨ ਕਰਦੀਆਂ ਨੇ।
ਗੁਰੂ ਨਾਨਕ ਸਾਹਿਬ ਨੇ ਆਪਣੇ ਹੱਥ ਨਾਲ ਲਗਾਈ ਬੇਰੀ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਅੱਜ ਵੀ ਮੌਜੂਦ ਹੈ। ਬੇਰੀ ਦਾ ਦਰਖਤ ਕਾਫੀ ਜਗ੍ਹਾ ਵਿੱਚ ਫੈਲਿਆ ਹੋਇਆ ਹੈ। ਇੱਥੇ ਸੰਗਤ ਦੇ ਬੈਠਣ ਲਈ ਵੀ ਖਾਸ ਪ੍ਰਬੰਧ ਕੀਤੇ ਹੋਏ ਨੇ। ਗੁਰਦੁਆਰਾ ਬੇਰ ਸਾਹਿਬ ਦਾ ਸੰਬੰਧ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਨਾਲ ਹੈ ਤੇ ਗੁਰੂ ਨਾਨਕ ਦੇਵ ਜੀ ਨਾਲ ਹੀ ਸੰਬੰਧਿਤ ਹੈ। ਵੇਈ ਨਦੀ ਜਿਸ ਵਿੱਚ ਗੁਰੂ ਸਾਹਿਬ 3 ਦਿਨ ਤੱਕ ਅਲੋਪ ਰਹੇ ਸਨ ਤੇ ਬਾਹਰ ਆ ਕੇ ਉਹਨਾਂ ਜਗਤ ਜਲੰਦੇ ਨੂੰ ਤਾਰਨ ਲਈ ਸਭ ਤੋਂ ਪਹਿਲਾ ਉਪਦੇਸ਼ ਦਿੱਤਾ ਸੀ। ਆਓ ਆਪਾਂ ਵੀ ਦਰਸ਼ਨ ਕਰਦੇ ਹਾਂ ਵੇਈ ਨਦੀ ਦੇ। ਪੈ ਆਨੰਦ ਜਗਤ ਵਿੱਚ ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ। ਸਾਖੀਆਂ ਵਿੱਚ ਦੱਸੇ ਇਤਿਹਾਸ ਮੁਤਾਬਕ ਤਰਕ ਦੇ ਆਧਾਰ ਤੇ ਇਹ ਕਥਨ ਬਹੁਤਾ ਸਾਰਥਕ ਨਹੀਂ ਜਾਪਦਾ ਕਿ ਵੇਈ ਨਦੀ ਵਿੱਚ ਗੁਰੂ ਸਾਹਿਬ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ, ਕਿਉਂਕਿ ਗਿਆਨ ਗੁਰੂ ਸਾਹਿਬ ਨੂੰ ਉਦੋਂ ਵੀ ਸੀ ਜਦੋਂ ਬਾਲਕ ਹੁੰਦਿਆਂ ਉਹਨਾਂ ਜਨੇਊ ਪਾਉਣ ਤੋਂ ਨਾ ਕੀਤੀ ਸੀ ਤੇ ਪਾਂਦੇ ਨੂੰ ਆਪਣੀ ਤੀਖਣ ਬੁੱਧੀ ਨਾਲ ਹੈਰਾਨ ਕੀਤਾ ਸੀ। ਕਲ ਤਾਰਨ ਗੁਰੂ ਨਾਨਕ ਆਇਆ। ਇਹ ਹੈ ਸੁਲਤਾਨਪੁਰ ਲੋਧੀ ਦੀ ਇਤਿਹਾਸਕ ਵੇਈ ਨਦੀ ਜਿਸ ਵਿੱਚ ਗੁਰੂ ਨਾਨਕ ਪਾਤਸ਼ਾਹ 72 ਘੰਟੇ ਤੱਕ ਅਲੋਪ ਰਹੇ ਸਨ। ਸੁਲਤਾਨਪੁਰ ਲੋਧੀ ਦੀ ਜਨਤਾ ਮੁਤਾਬਕ ਗੁਰੂ ਸਾਹਿਬ ਪਾਣੀ ਦੀਆਂ ਲਹਿਰਾਂ ਵਿੱਚ ਵਹਿ ਗਏ ਸਨ, ਪਰ ਗੁਰੂ ਨਾਨਕ ਪਾਤਸ਼ਾਹ ਦੀ ਭੈਣ ਬੇਬੇ ਨਾਨਕੀ ਇਹ ਗੱਲ ਜਾਣਦੀ ਸੀ ਕਿ ਗੁਰੂ ਸਾਹਿਬ ਜ਼ਰੂਰ ਬਾਹਰ ਆਉਣਗੇ ਤੇ ਇਸ ਜਗਤ ਜਲੰਦੇ ਨੂੰ ਠਾਰਨਗੇ। 72 ਘੰਟੇ ਨਦੀ ਵਿੱਚ ਅਲੋਪ ਰਹਿਣ ਤੋਂ ਬਾਅਦ ਜਦੋਂ ਗੁਰੂ ਸਾਹਿਬ ਬਾਹਰ ਨਿਕਲੇ ਤਾਂ ਆਪ ਇਸ ਵੇਈ ਨਦੀ ਦੇ ਕਿਨਾਰੇ ਆ ਕੇ ਬੈਠ ਗਏ ਸਨ। ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਆਗਾਜ਼ ਇੱਥੋਂ ਕੀਤਾ ਤੇ ਮੁੱਖੋਂ ਸਭ ਤੋਂ ਪਹਿਲਾਂ ਉਚਾਰਿਆ ਸੀ, ਨਾ ਕੋ ਹਿੰਦੂ ਨਾ ਮੁਸਲਮਾਨ। ਇਹ ਗੁਰੂ ਸਾਹਿਬ ਦਾ ਮਨੁੱਖਤਾ ਲਈ ਸਭ ਤੋਂ ਪਹਿਲਾ ਤੇ ਸਰਬ ਸਾਂਝੀਵਾਲਤਾ ਦਾ ਉਪਦੇਸ਼ ਸੀ। ਇੱਥੋਂ ਹੀ 4 ਜਿਹੜੀਆਂ ਉਦਾਸੀਆਂ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਦੇਸ਼ ਵਿਦੇਸ਼ ਵਿਸ਼ਵ ਭਰ ਵਿੱਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਆਰੰਭ ਕੀਤਾ। ਇਸੇ ਹੀ ਸ਼ਹਿਰ ਦੇ ਅੰਦਰ ਵਾਤਾਵਰਨ ਦੀ ਗੱਲ ਕੀਤੀ। ਇਸੇ ਹੀ ਸ਼ਹਿਰ ਦੇ ਅੰਦਰ ਸਤਿਗੁਰੂ ਪਿਤਾ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਨਾਲ ਦੀ ਜੋ ਆਰੰਭਤਾ ਮੂਲ ਮੰਤਰ ਤੋਂ ਕੀਤੀ ਤੇ ਇਸੇ ਹੀ ਜੇ ਕਹਿ ਲਈਏ ਕਿ ਮੂਲ ਮੰਤਰ ਦੇ ਅੰਦਰ ਜਿਹੜਾ ਇੱਕ ਓੰਕਾਰ ਹੈ ਕਿ ਉਹ ਇੱਕ ਪਰਮਾਤਮਾ ਅਕਾਲ ਪੁਰਖ ਇੱਕ ਹੈ ਜਿਹੜਾ ਸਾਰੇ ਸੰਸਾਰ ਨੂੰ ਸਾਰੇ ਵਿਸ਼ਵ ਨੂੰ ਪੈਦਾ ਕਰਨ ਵਾਲਾ ਹੈ, ਸਾਰੇ ਵਿਸ਼ਵ ਨੂੰ ਨਾਸ਼ ਕਰਨ ਵਾਲਾ ਹੈ। ਉਹਦੇ ਤੇ ਭਰੋਸਾ ਇੱਕ ਅਕਾਲ ਪੁਰਖ ਦੀ ਪੂਜਾ ਦਾ ਸੰਦੇਸ਼ ਸਾਹਿਬ ਪਿਤਾ ਜੀ ਨੇ ਇਸੇ ਹੀ ਸ਼ਹਿਰ ਦੇ ਅੰਦਰ ਸਮੁੱਚੇ ਵਿਸ਼ਵ ਨੂੰ ਸਮੁੱਚੇ ਸੰਸਾਰ ਨੂੰ ਸਮੁੱਚੀ ਮਾਨਵਤਾ ਨੂੰ ਜਿਹੜਾ ਹੈ ਉਹ ਬਖਸ਼ਿਸ਼ ਕੀਤਾ। ਹਿੰਦੂ ਮੁਸਲਮਾਨ ਨਿਵਾਇਆ, ਪੈ ਆਨੰਦ ਜਗਤ ਵਿੱਚ ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ। ਵੇਈ ਨਦੀ ਪਹਿਲਾਂ ਬਹੁਤ ਹੀ ਪ੍ਰਦੂਸ਼ਿਤ ਹੋ ਚੁੱਕੀ ਸੀ, ਪਰ ਬਾਬਾ ਬਲਵੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਵੇਈ ਨਦੀ ਨੂੰ ਸਾਫ਼ ਕਰਕੇ ਇਸ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਅੱਜ ਮੀਲਾਂ ਦੂਰ ਤੁਹਾਨੂੰ ਇਹ ਨਦੀ ਸਾਫ਼ ਦਿਖਾਈ ਦੇਵੇਗੀ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੇ ਉਹ ਜਿਹੜੇ ਆਦੇਸ਼ ਆ ਕਿ ਸਾਡਾ এনवायरमेंट ਦੇ ਨਾਲ ਸਾਡਾ ਕੀ ਰਿਸ਼ਤਾ, ਇੱਕ ਗੁਰਸਿੱਖ ਕਿਸ ਤਰ੍ਹਾਂ এনवायरमेंट ਦੇ ਨਾਲ ਜੁੜਿਆ ਹੋਇਆ, ਪਾਣੀਆਂ ਦੇ ਨਾਲ ਜੁੜਿਆ ਹੋਇਆ। ਸੋ ਇਹ ਗੁਰਬਾਣੀ ਤੋਂ ਹੀ ਸੇਧ ਲੈ ਕੇ ਜੋ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਕਿ ਇਹ ਜਿਹੜੇ ਸਾਡੇ ਇਤਿਹਾਸਕ ਧਰੋਹਰ ਆ ਇਹ ਜਿਹੜੀ ਅਲੋਪ ਹੁੰਦੀ ਜਾ ਰਹੀ ਆ, ਆਉਣ ਵਾਲੀਆਂ ਪੀੜ੍ਹੀਆਂ ਤੇ ਮੰਨਣ ਨੂੰ ਤਿਆਰ ਨਹੀਂ ਹੋਣਗੀਆਂ ਕਿ ਉਹ ਪਵਿੱਤਰ ਵੇਈ ਆ। ਸੋ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਉਹਦੀ ਬਖਸ਼ਿਸ਼ ਦੇ ਨਾਲ ਹੀ ਇਹ ਸਾਰਾ ਕਾਰਜ ਹੋਇਆ। ਪੰਜਾਬ ਦੇ ਵਿੱਚ ਇੱਕ ਉਦਾਹਰਣ ਆ ਕਿ ਜੇ ਲੋਕ ਜਾਂ ਧਾਰਮਿਕ ਲੋਕ ਇਕੱਠੇ ਹੋ ਕੇ ਤੇ ਵਾਤਾਵਰਣ ਦੀ ਸੰਭਾਲ ਕਰਨ, ਪਾਣੀਆਂ ਦੀ ਸੰਭਾਲ ਵਾਸਤੇ ਇੱਕ ਜਿਹੜੀ ਹੈ ਉਦਾਹਰਣ ਬਣੀ ਆ। ਸੋ ਭਾਰਤ ਦੇ ਰਾਸ਼ਟਰਪਤੀ ਅਬਦੁਲ ਕਲਾਮ
2006 ਦੇ ਵਿੱਚ ਸਪੈਸ਼ਲ ਚੱਲ ਕੇ ਆਏ ਇਸ ਕਾਰਜ ਨੂੰ ਦੇਖਣ ਵਾਸਤੇ ਤੇ ਇਸ ਪਵਿੱਤਰ ਕਾਰਜ ਨੂੰ 9 ਅਚੀਵਮੈਂਟ ਆਫ ਇੰਡੀਆ, ਭਾਰਤ ਦੀਆਂ 9 ਪ੍ਰਾਪਤੀਆਂ ਦੇ ਵਿੱਚ ਇਸ ਕਾਰਜ ਨੂੰ ਗਿਣਿਆ। ਇਤਿਹਾਸਕ ਵੇਈ ਨਦੀ ਦੇ ਕਿਨਾਰੇ ਸੁਸ਼ੋਭਿਤ ਹੈ ਗੁਰਦੁਆਰਾ ਸੰਤ ਘਾਟ ਸਾਹਿਬ। ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜਦੋਂ 3 ਦਿਨਾਂ ਬਾਅਦ ਵੇਈ ਨਦੀ ਚੋਂ ਬਾਹਰ ਆਏ ਸਨ ਤਾਂ ਇਸ ਅਸਥਾਨ ਤੇ ਗੁਰੂ ਸਾਹਿਬ ਨੇ ਮੂਲ ਮੰਤਰ ਉਚਾਰਨ ਕੀਤਾ ਸੀ। ਗੁਰੂ ਨਾਨਕ ਦੇਵ ਜੀ ਬੇਰ ਸਾਹਿਬ ਵਾਲੀ ਥਾਂ ਤੇ ਵੇਈ ਨਦੀ ਵਿੱਚ ਅਲੋਪ ਹੋਏ ਸਨ ਤੇ 3 ਦਿਨ ਬਾਅਦ ਪ੍ਰਗਟ ਹੋ ਕੇ 3 ਮੀਲ ਦੂਰ ਇਸ ਥਾਂ ਤੇ ਆ ਕੇ ਬਿਰਾਜੇ ਸਨ। ਇਹ ਅਸਥਾਨ ਸ਼ਹਿਰ ਤੋਂ ਥੋੜੀ ਦੂਰ ਇਕਾਂਤਮਈ ਥਾਂ ਤੇ ਸੁਭਾਇਮਾਨ ਹੈ। ਗੁਰੂ ਨਾਨਕ ਸਾਹਿਬ ਨੂੰ ਜਦੋਂ ਪਿਤਾ ਮਹਿਤਾ ਕਾਲੂ ਜੀ ਨੇ ਕੋਈ ਵਪਾਰ ਕਰਨ ਲਈ ਆਪਣੀ ਪੁੱਤਰੀ ਬੇਬੇ ਨਾਨਕੀ ਦੇ ਸਹੁਰੇ ਪਿੰਡ ਸੁਲਤਾਨਪੁਰ ਲੋਧੀ ਭੇਜਿਆ ਤਾਂ ਗੁਰੂ ਜੀ ਨੇ ਇੱਥੇ ਆ ਕੇ ਨਵਾਬ ਦੌਲਤ ਖਾਨ ਲੋਧੀ ਦੇ ਮੋਦੀਖਾਨੇ ਵਿੱਚ ਮੋਦੀ ਦਾ ਕੰਮ ਸੰਭਾਲਿਆ। ਨਾਨਕ ਸ਼ਾਹ ਫਕੀਰ। ਗੁਰੂ ਨਾਨਕ ਪਾਤਸ਼ਾਹ ਜੀ ਬਾਰੇ ਆਪਾਂ ਸਭ ਨੇ ਪੜ੍ਹਿਆ ਤੇ ਸੁਣਿਆ ਹੋਵੇਗਾ ਕਿ ਆਪ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੇ ਆਪ ਨੂੰ ਦੁਨੀਆ 'ਚ ਰਚਾਉਣ ਦੇ ਲਈ ਕਈ ਕੰਮਾਂ ਤੇ ਲਾਇਆ, ਜਿਨ੍ਹਾਂ ਵਿੱਚੋਂ ਇੱਕ ਸੀ ਮੋਦੀਖਾਨੇ ਵਿਖੇ ਨੌਕਰੀ ਕਰਨਾ, ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ 13 ਤੋਲਿਆ ਸੀ। ਆਓ ਆਪਾਂ ਵੀ ਦਰਸ਼ਨ ਕਰਦੇ ਹਾਂ ਉਸ ਇਤਿਹਾਸਕ ਅਸਥਾਨ ਦੇ। ਗੁਰੂ ਜੀ ਦਰਵੇਸ਼ਾਂ, ਲੋੜਵੰਦਾਂ ਤੇ ਸਾਧੂ ਫਕੀਰਾਂ ਨੂੰ ਅਨਾਜ ਵੰਡਦੇ ਤੇ 13 ਉਚਾਰਦੇ। ਇਸ ਤਰ੍ਹਾਂ ਗੁਰੂ ਸਾਹਿਬ ਦੀ ਪ੍ਰਭੂਤਾ ਦਿਨੋਂ ਦਿਨ ਵਧਦੀ ਗਈ। ਕਿਸੇ ਈਰਖਾਲੂ ਨੇ ਦੌਲਤ ਖਾਨ ਲੋਧੀ ਕੋਲ ਸ਼ਿਕਾਇਤ ਕੀਤੀ ਕਿ ਨਾਨਕ ਮੋਦੀਖਾਨਾ ਲੁਟਾ ਰਿਹਾ ਏ। ਫਿਰ ਜਦ ਮੋਦੀਖਾਨੇ ਦੀ ਹਿਸਾਬ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਕਿਧਰੇ ਵੀ ਘਾਟਾ ਨਾ ਨਿਕਲਿਆ, ਬਲਕਿ ਮੋਦੀਖਾਨੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਬਕਾਇਆ ਵੱਧ ਗਿਆ। ਦੌਲਤ ਖਾਂ ਇਸ ਗੱਲ ਤੋਂ ਬਹੁਤ ਪ੍ਰਭਾਵਿਤ ਹੋਇਆ। ਗੁਰਦੁਆਰਾ ਸਾਹਿਬ ਦੇ ਅੰਦਰ ਇਤਿਹਾਸਕ 14 ਵੱਟੇ ਵੀ ਮੌਜੂਦ ਨੇ। ਇਹਨਾਂ ਵੱਟਿਆਂ ਨਾਲ ਗੁਰੂ ਸਾਹਿਬ ਨਾਪ ਤੋਲ ਦਾ ਕੰਮ ਕਰਦੇ ਸੀ। ਅਸੀਂ ਪਹੁੰਚ ਚੁੱਕੇ ਹਾਂ ਸੁਲਤਾਨਪੁਰ ਲੋਧੀ ਦੀ ਉਸ ਵਿਸ਼ੇਸ਼ ਥਾਂ ਤੇ। ਉਹ ਥਾਂ ਹੈ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਵੱਡੀ ਭੈਣ ਬੇਬੇ ਨਾਨਕੀ ਤੇ ਉਹਨਾਂ ਦੇ ਜੀਵਨ ਸਾਥੀ ਭਾਈ ਜੈ ਰਾਮ ਜੀ ਦਾ ਘਰ।
ਗੁਰੂ ਨਾਨਕ ਸਾਹਿਬ ਜਦੋਂ ਵੀ ਸੁਲਤਾਨਪੁਰ ਲੋਧੀ ਆਇਆ ਕਰਦੇ ਸਨ ਤਾਂ ਆਪਣੀ ਭੈਣ ਬੇਬੇ ਨਾਨਕੀ ਜੀ ਪਾਸ ਇਸ ਘਰ ਦੇ ਵਿੱਚ ਹੀ ਰੁਕਿਆ ਕਰਦੇ ਸਨ। ਸੁਲਤਾਨਪੁਰ ਲੋਧੀ ਨਗਰ ਦੇ ਅੰਦਰ ਬੇਬੇ ਨਾਨਕੀ ਤੇ ਉਹਨਾਂ ਦੇ ਪਤੀ ਭਾਈ ਜੈ ਰਾਮ ਜੀ ਦਾ ਘਰ ਅੱਜ ਵੀ ਮੌਜੂਦ ਹੈ, ਭਾਵੇਂ ਕਿ ਇਸ ਘਰ ਨੂੰ ਪੂਰੀ ਤਰ੍ਹਾਂ ਦੇ ਨਾਲ ਮੁੜ ਉਸਾਰ ਦਿੱਤਾ ਗਿਆ ਏ। ਗੁਰੂ ਨਾਨਕ ਦੇਵ ਜੀ ਵੀ ਇੱਥੇ ਬੇਬੇ ਨਾਨਕੀ ਦੇ ਘਰ ਵਿੱਚ ਹੀ ਨਿਵਾਸ ਕਰਿਆ ਕਰਦੇ ਸਨ। ਇੱਥੋਂ ਹੀ ਗੁਰੂ ਸਾਹਿਬ ਦੌਲਤ ਖਾਂ ਲੋਧੀ ਦੇ ਮੋਦੀ ਖਾਨੇ ਵਿੱਚ ਨੌਕਰੀ ਕਰਨ ਜਾਂਦੇ ਸਨ। ਇੱਥੋਂ ਹੀ ਵੇਈ ਨਦੀ ਵਿੱਚ ਇਸ਼ਨਾਨ ਕਰਨ ਜਾਂਦੇ ਸਨ ਤੇ ਇੱਥੋਂ ਹੀ ਭੋਰਾ ਸਾਹਿਬ ਵਾਲੇ ਅਸਥਾਨ ਤੇ ਤਪ ਕਰਨ ਜਾਂਦੇ ਸਨ। ਬੇਬੇ ਨਾਨਕੀ ਜੀ ਦਾ ਇਹ ਘਰ ਸੁਲਤਾਨਪੁਰ ਲੋਧੀ ਦਾ ਬੇਸ਼ਕੀਮਤੀ ਖਜ਼ਾਨਾ ਹੈ। ਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਸ਼ਹਿਰ ਨੂੰ ਜਿੱਥੇ ਸ਼ਰਸ਼ਾਰ ਕੀਤਾ ਹੋਇਆ ਹੈ, ਸਮੁੱਚੀ ਮਾਨਵਤਾ ਨੂੰ ਮੇਰੇ ਕਹਿਣ ਤੋਂ ਭਾਵ ਕਿ ਇੱਕ ਐਸਾ ਸਿਧਾਂਤ, ਇੱਕ ਐਸਾ ਫਲਸਫਾ, ਇੱਕ ਐਸਾ ਪਲੇਟਫਾਰਮ ਦਿੱਤਾ ਕਿ ਕਿਸੇ ਵੀ ਦੇਸ਼ ਦਾ ਹੋਵੇ ਮਨੁੱਖ, ਕਿਸੇ ਵੀ ਜਾਤ ਦਾ ਹੋਵੇ, ਕਿਸੇ ਵੀ ਧਰਮ ਦਾ ਹੋਵੇ, ਕਿਸੇ ਵੀ ਮਜ਼ਹਬ ਦਾ ਹੋਵੇ, ਉਹ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਿਧਾਂਤ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਏਗਾ, ਉਹਦਾ ਜੀਵਨ ਆਨੰਦ ਨਾਲ ਭਰ ਜਾਵੇਗਾ। ਭਾਈ ਗੁਰਦਾਸ ਸਾਹਿਬ ਲਿਖਦੇ ਹਨ, ਕਲਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਨਾਇਆ, ਕਲ ਤਾਰਨ ਗੁਰੂ ਨਾਨਕ ਆਇਆ। ਗੁਰੂ ਨਾਨਕ ਪਾਤਸ਼ਾਹ ਦੀ ਸ਼ਖਸੀਅਤ ਬਹੁਤ ਮਹਾਨ ਹੈ ਤੇ ਐਸੀ ਮਹਾਨ ਸ਼ਖਸੀਅਤ ਦੇ ਚਰਨ ਛੋਹ ਪ੍ਰਾਪਤ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਕੇ ਅਸੀਂ ਵੀ ਆਪਣੇ ਆਪ ਨੂੰ ਵਡਭਾਗੀ ਮਹਿਸੂਸ ਕਰ ਰਹੇ ਹਾਂ। ਇੱਥੇ ਹੀ ਸਮਾਪਤੀ ਹੁੰਦੀ ਹੈ ਸਾਡੇ ਅੱਜ ਦੇ ਇਸ ਵਿਸ਼ੇਸ਼ ਐਪੀਸੋਡ ਦੀ। ਕੱਲ੍ਹ ਨੂੰ ਇੱਕ ਨਵੇਂ ਐਪੀਸੋਡ ਦੇ ਨਾਲ ਦੁਬਾਰਾ ਫਿਰ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗੇ। ਹੁਣ ਮੈਨੂੰ ਪਰਮਜੀਤ ਸਿੰਘ ਨੂੰ ਦਿਓ ਇਜਾਜ਼ਤ ਤੇ ਤੁਸੀਂ ਇਸੇ ਤਰ੍ਹਾਂ ਬਣੇ ਰਹੋ ABP ਸਾਂਝਾ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ABP ਸਾਂਝਾ, ਜੋਸ਼, ਜਜ਼ਬਾ, ਜਨੂਨ।